Hello dear students, good evening. Sorry for delay in video number 3. I was not feeling well. But now we'll discuss the question answers of section A chapter 1 Hassan's attendance problem written by Sudha Murthy. In part 1 and part 2 I have explained the complete text of the chapter. In this video, we will discuss the important question answers. Question number 1. What is the narrator's profession? प्यारे बच्चों, नरेटर वो है जो सूत्रधार है जो पूरी कथा कहानी सुना रहा है। इस केस ਦੇ ਵਿੱਚ ਸਾਰੀ ਗੱਲ ਸੁਣਾਈ ਜਾ ਰਹੀ ਹੈ ਸੁਧਾ ਮੂਰਤੀ ਜੀ ਦੁਆਰਾ। ਪ੍ਰੋਫੈਸ਼ਨ ਹੁੰਦਾ ਹੈ ਕਿੱਤਾ। ਸੋ ਸਾਨੂੰ ਪੁੱਛਿਆ ਜਾ ਰਿਹਾ ਹੈ ਕਿ ਨਰੇਟਰ ਦਾ ਪ੍ਰੋਫੈਸ਼ਨ ਕੀ ਹੈ। ਤੁਸੀਂ ਪੂਰਾ ਚੈਪਟਰ ਪੜ੍ਹ ਲਿਆ। All of you know that the narrator was a computer science teacher at a college in Bangalore. ਤਾਂ ਸੁਧਾ ਮੂਰਤੀ ਜੀ ਜੋ ਕਿ ਨਰੇਟਰ ਹਨ ਉਹ ਕੰਪਿਊਟਰ ਸਾਇੰਸ ਦੇ ਟੀਚਰ ਹਨ ਬੈਂਗਲੌਰ ਦੇ ਕਾਲਜ ਵਿੱਚ। Question number 2. Why was Hassan not noticed by the teacher in the class? ਹਸਨ ਦੇ ਬਾਰੇ ਟੀਚਰ ਨੂੰ ਕਲਾਸ 'ਚ ਪਤਾ ਹੀ ਕਿਉਂ ਨਹੀਂ ਲੱਗਿਆ? ਅਸੀਂ ਚੈਪਟਰ 'ਚ ਪੜ੍ਹ ਕੇ ਹਟਿਆ। He was not noticed by the teacher because he was hardly ever present. ਕਿਉਂਕਿ ਬਹੁਤ ਹੀ ਘੱਟ ਉਹ ਕਲਾਸ 'ਚ ਆਉਂਦਾ ਸੀ, ਇਸ ਲਈ ਅਧਿਆਪਕ ਨੂੰ ਪਤਾ ਹੀ ਨਹੀਂ ਲੱਗਿਆ ਕਿ ਹਸਨ ਵੀ ਕੋਈ ਹੈ। Question number 3. Why would the narrator render attendance to Hassan every time? ਸਾਨੂੰ ਪਤਾ ਹੈ ਹਸਨ ਦੀ ਅਟੈਂਡੈਂਸ ਹਰ ਵਾਰੀ ਘੱਟ ਜਾਂਦੀ ਸੀ, ਫਿਰ ਵੀ ਨਰੇਟਰ ਉਸਨੂੰ ਹਰ ਵਾਰ ਅਟੈਂਡੈਂਸ ਪੂਰੀ ਕਿਉਂ ਕਰ ਦਿੰਦੀ ਸੀ? Answer. He used to beg for rendering attendance in such a convincing way that Sudha ma'am could not deny. ਤਾਂ ਉਹ ਇਸ ਤਰੀਕੇ ਨਾਲ ਅਟੈਂਡੈਂਸ ਲਈ ਗਿੜਗਿੜਾਉਂਦਾ ਸੀ ਕਿ ਸੁਧਾ ਮੈਮ ਕਦੀ ਮਨਾ ਹੀ ਨਹੀਂ ਕਰ ਪਾਉਂਦੇ ਸੀ। ਨੈਕਸਟ ਕੁਐਸਚਨ, ਵਾਈ ਵਰ ਹਸਨਸ ਪੈਰੈਂਟਸ ਕਾਲ ਟੂ ਸਕੂਲ? ਵੈਰੀ ਇੰਪੋਰਟੈਂਟ ਕੁਐਸਚਨ। ਹਸਨ ਦੇ ਪੈਰੈਂਟਸ ਨੂੰ ਸਕੂਲ ਕਿਉਂ ਬੁਲਾਇਆ ਗਿਆ? ਤੁਹਾਨੂੰ ਸਭ ਨੂੰ ਕਹਾਣੀ ਬਾਰੇ ਪਤਾ ਹੀ ਹੈ। ਦੇ ਵਰ ਕਾਲ ਟੂ ਡਿਸਕਸ ਅਬਾਊਟ ਹਸਨਸ ਇਨਡਿਸਿਪਲਨਡ ਵੇਜ਼ ਕਿ ਕਿਵੇਂ ਹਸਨ ਹੈ ਜਿਹੜਾ ਉਹ ਅਨੁਸ਼ਾਸਨਹੀਨ ਹੈ, ਕਲਾਸ 'ਚ ਜਾਂ ਤਾਂ ਆਉਂਦਾ ਹੀ ਨਹੀਂ ਜਾਂ ਲੇਟ ਆਉਂਦਾ ਹੈ, ਇਸ ਕਰਕੇ ਉਸਦੇ ਮਾਤਾ ਪਿਤਾ ਨੂੰ ਬੁਲਾਇਆ ਗਿਆ ਸੀ। ਬੱਚੋ ਕੁਐਸਚਨ ਨੰਬਰ 1 ਆਫ 4 ਮੋਸਟ ਇੰਪੋਰਟੈਂਟ ਹੈ। ਇੱਕ ਤਾਂ ਨਰੇਟਰਸ ਪ੍ਰੋਫੈਸ਼ਨ, ਇੱਕ ਵਾਈ ਵਰ ਹਸਨਸ ਪੈਰੈਂਟਸ ਕਾਲਡ। ਓਕੇ। Number 5. During which days would Hassan show up in the class? All of you know ਕਿਹੜੇ ਦਿਨਾਂ ਦੇ ਵਿੱਚ ਹਸਨ ਕਲਾਸ 'ਚ ਦਿਖਦਾ ਸੀ? Yes, he often appeared during class tests and examination. ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹ ਸਿਰਫ ਟੈਸਟਾਂ ਜਾਂ ਪੇਪਰਾਂ ਵੇਲੇ ਹੀ ਨਜ਼ਰ ਆਉਂਦਾ ਸੀ। Next question is, what was Hassan's mother's plea to his father? ਹਸਨ ਦੀ ਮਾਤਾ ਜੀ ਨੇ ਉਸਦੇ ਪਿਤਾ ਜੀ ਨੂੰ ਕੀ ਕਿਹਾ? She said that he should have a man-to-man talk to Hassan. ਉਸਨੇ ਕਿਹਾ ਕਿ ਹਸਨ ਦਾ ਖਿਆਲ ਤੁਸੀਂ ਰੱਖੋ ਤੇ ਉਹਦੇ ਨਾਲ ਗੱਲਬਾਤ ਤੁਹਾਨੂੰ ਕਰਨੀ ਚਾਹੀਦੀ ਹੈ। My dear students, next question is most important. Why did parent-teacher meeting end fruitlessly? Parent-teacher meeting ਦਾ ਕੋਈ ਨਤੀਜਾ ਕਿਉਂ ਨਹੀਂ ਨਿਕਲਿਆ? Answer. Parent-teacher meeting ended fruitlessly because Hassan's parents started arguing instead of discussing about Hassan. ਇਸ ਮੀਟਿੰਗ ਦਾ ਕੋਈ ਨਤੀਜਾ ਇਸ ਲਈ ਨਹੀਂ ਨਿਕਲਿਆ ਕਿਉਂਕਿ ਹਸਨ ਦੇ ਮਾਤਾ ਪਿਤਾ ਨੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਬਜਾਏ, ਇਹਦੇ ਬਾਰੇ ਜ਼ਿਕਰ ਕਰਨ ਦੀ ਬਜਾਏ ਆਪਸ ਵਿੱਚ ਹੀ ਬਹਿਸ ਸ਼ੁਰੂ ਕਰ ਦਿੱਤੀ। Next question, describe the physical appearance of Hassan when he met his teacher after several years. ਜਦੋਂ ਹਸਨ ਕਈ ਸਾਲ ਬਾਅਦ ਮਿਲਿਆ ਤਾਂ ਉਸ ਦੀ ਅਧਿਆਪਕ ਨੂੰ ਉਹਦੀ ਫਿਜ਼ੀਕਲ ਅਪੀਅਰੈਂਸ ਕਿਹੋ ਜਿਹੀ ਦੇਖਣ ਨੂੰ ਮਿਲੀ? Answer. He was 35 years old, bald and dressed in an unimpressive manner. ਉਸ ਦੀ ਉਮਰ 35 ਸਾਲ ਸੀ, ਉਹ ਗੰਜਾ ਸੀ ਔਰ ਉਸਨੇ ਬਿਲਕੁਲ ਵੀ ਪ੍ਰਭਾਵਸ਼ਾਲੀ ਕੱਪੜੇ ਨਹੀਂ ਪਹਿਨੇ ਹੋਏ ਸਨ। Question number 9. What had the narrator expected Hassan to become in his life? ਨਰੇਟਰ ਨੇ ਕੀ ਸੋਚਿਆ ਸੀ ਕਿ ਹਸਨ ਆਪਣੀ ਜ਼ਿੰਦਗੀ 'ਚ ਕੀ ਬਣ ਜਾਊਗਾ? Answer. The narrator had expected that Hassan would become a CEO of a reputed company. ਉਹਨੇ ਸੋਚਿਆ ਸੀ ਆਪਣੇ ਨਾਲ ਦੇ ਦੋਸਤਾਂ ਦੀ ਤਰ੍ਹਾਂ ਕਿਸੇ ਕੰਪਨੀ ਦੇ ਵਿੱਚ CEO ਦੀ ਪੋਸਟ 'ਤੇ ਹੋਣਾ, ਕਿਸੇ ਵੱਡੀ ਪੋਸਟ 'ਤੇ ਹੋਣਾ। How did Hassan study when he was in college? ਜਦੋਂ ਹਸਨ ਕਾਲਜ ਸੀ ਤਾਂ ਉਹ ਕਿਵੇਂ ਪੜ੍ਹਦਾ ਸੀ? ਇਹ ਆਸਾਨ ਤਰੀਕਾ
ਤੁਸੀਂ ਚੈਪਟਰ 'ਚ ਜਾਣ ਚੁੱਕੇ ਹੋ। ਹੀ ਅਡੋਪਟਡ ਸ਼ਾਰਟਕਟ ਮੈਥਡਸ, ਉਹ ਆਪਣੀ ਸਕਸੈਸ ਲਈ ਸ਼ਾਰਟਕਟ ਮੈਥਡ ਦਾ ਇਸਤੇਮਾਲ ਕਰਦਾ ਸੀ। ਹੀ ਯੂਜ਼ ਟੂ ਕ੍ਰੈਮ ਇੰਪੋਰਟੈਂਟ ਕੁਐਸਚਨਸ ਓਨਲੀ, ਸਿਰਫ ਮਹੱਤਵਪੂਰਨ ਪ੍ਰਸ਼ਨ ਦੇ ਰੱਟੇ ਮਾਰ ਜਾਂਦਾ ਸੀ। ਹੀ ਪ੍ਰੈਫਰਡ ਗੈਸ ਵਰਕ ਟੂ ਥੋਰੋ ਸਟੱਡੀ, ਇਸ ਲਈ ਉਹ ਵਿਸਤਾਰ 'ਚ ਨਹੀਂ ਪੜ੍ਹਦਾ ਸੀ ਬਲਕਿ ਤੁੱਕੇ ਮਾਰ ਕੇ ਪੜ੍ਹਦਾ ਸੀ। ਨਾਓ ਕੁਐਸਚਨ ਨੰਬਰ 11 ਇਜ਼ ਦੀ ਮੋਸਟ ਇੰਪੋਰਟੈਂਟ ਕੁਐਸਚਨ ਆਫ ਦ ਚੈਪਟਰ। ਪੇਪਰ 'ਚ ਸਭ ਤੋਂ ਜ਼ਿਆਦਾ ਵਾਰ ਪੁੱਛਿਆ ਜਾਣ ਵਾਲਾ ਇਹ ਕੁਐਸਚਨ ਹੈ ਔਰ ਪੇਪਰ 'ਚ ਸਭ ਤੋਂ ਜ਼ਿਆਦਾ ਇਹ ਕੁਐਸਚਨ ਆਇਆ ਜਿੰਨਾ ਕੁ ਮੈਂ ਆਪਣੇ ਕਰੀਅਰ 'ਚ ਦੇਖਿਆ ਹੈ। ਅਕੋਰਡਿੰਗ ਟੂ ਹਸਨ ਹੂ ਵਰ ਨਰਡਸ, ਹਸਨ ਦੇ ਅਨੁਸਾਰ ਬੋਰਿੰਗ ਲੋਕ ਕੌਣ ਸੀ, ਨੀਰਸ ਲੋਕ ਕੌਣ ਸੀ। ਅਕੋਰਡਿੰਗ ਟੂ ਹਸਨ ਹਾਰਡ ਵਰਕਿੰਗ ਪੀਪਲ ਵਰ ਨਰਡਸ, ਮਿਹਨਤੀ ਲੋਕ ਹੀ ਨੀਰਸ ਲੋਕ ਸਨ। ਵਾਈ ਡਿਡ ਹਸਨ ਸਟਾਰਟ ਲਿਵਿੰਗ ਸੈਪਰੇਟਲੀ, ਹਸਨ ਅਲੱਗ ਕਿਉਂ ਰਹਿਣ ਲੱਗ ਗਿਆ। ਤੁਹਾਨੂੰ ਯਾਦ ਹੋਣਾ ਉਸਦੇ ਪਿਤਾ ਜੀ ਅੱਕ ਗਏ ਸੀ ਉਹਦੇ ਲੜਾਈ ਝਗੜੇ ਤੋਂ, ਉਹਨਾਂ ਨੇ ਘਰੋਂ ਕੱਢਤਾ। He started living separately because his father disliked his irresponsible ways. Irresponsible ਦੀ spelling ਠੀਕ ਨਹੀਂ ਹੈ ਬੱਚਿਓ, PONSIBLE, and told him to leave his home. ਤਾਂ ਉਸਦੇ ਪਿਤਾ ਜੀ ਉਸਦੇ ਇਸ ਗੈਰ ਜ਼ਿੰਮੇਵਾਰਾਨਾ ਵਿਵਹਾਰ ਤੋਂ ਅੱਕ ਗਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਘਰ ਛੱਡ ਕੇ ਚਲੇ ਜਾਓ। Next question is what made Hassan feel optimistic as he left the narrator's office? ਹਸਨ ਕਿਹੜੀ ਇੱਕ ਚੀਜ਼ ਨਾਲ ਬੜਾ ਆਸ਼ਾਵਾਦੀ ਮਹਿਸੂਸ ਕਰ ਰਿਹਾ ਸੀ ਜਦੋਂ ਨਰੇਟਰ ਦੇ ਆਫਿਸ ਤੋਂ ਗਿਆ। ਆਂਸਰ, ਸੁਧਾ ਮੂਰਤੀ's counseling motivated him to start a new life. ਜਦੋਂ ਸੁਧਾ ਮੂਰਤੀ ਨੇ ਉਸਨੂੰ ਸਮਝਾਇਆ, ਸਲਾਹ ਦਿੱਤੀ, ਉਸ ਦੇ ਨਾਲ ਉਸਨੂੰ ਜੋਸ਼ ਆ ਗਿਆ ਨਵੀਂ ਜ਼ਿੰਦਗੀ ਦੁਬਾਰਾ ਜੀਣ ਦਾ। Dear students, now we'll switch over to the long answer type question, and the first long answer type question is brief character sketch of Hassan, the most important question। ਪੂਰੇ ਸਿਲੇਬਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਲੌਂਗ ਕੁਐਸਚਨ, ਹਸਨ ਦਾ ਕੈਰੈਕਟਰ ਸਕੈਚ। ਹਸਨ ਵਾਜ਼ ਅ ਬ੍ਰਾਈਟ ਸਟੂਡੈਂਟ, ਹਸਨ ਬਹੁਤ ਹੀ ਹੁਸ਼ਿਆਰ ਬੱਚਾ ਸੀ। ਹੀ ਵਾਜ਼ ਟਾਲ ਐਂਡ ਹੈਂਡਸਮ, ਲੰਬਾ ਲੰਜਾ ਅਤੇ ਖੂਬਸੂਰਤ ਸੀ। ਹੀ ਹੈਡ ਅ ਵੈਰੀ ਗੁੱਡ ਮੈਮਰੀ, ਉਸਦੀ ਯਾਦਾਸ਼ਤ ਬਹੁਤ ਵਧੀਆ ਸੀ। ਹੀ ਯੂਜ਼ ਟੂ ਡਰੈਸ ਇਨ ਅ ਸਟਾਈਲਿਸ਼ ਵੇ, ਬਹੁਤ ਸੋਹਣੇ ਸਟਾਈਲਿਸ਼ ਕੱਪੜੇ ਪਹਿਨਦਾ ਸੀ। ਬਟ ਹੀ ਵਾਜ਼ ਲੇਜ਼ੀ ਐਂਡ ਇਨਡਿਸਿਪਲਿਨਡ ਐਜ਼ ਅ ਸਟੂਡੈਂਟ, ਲੇਕਿਨ ਇੱਕ ਵਿਦਿਆਰਥੀ ਹੁੰਦੇ ਹੋਏ ਉਹ ਕੀ ਸੀਗਾ, ਇੱਕ ਸੁਸਤ ਵਿਦਿਆਰਥੀ ਸੀ ਅਤੇ ਅਨੁਸ਼ਾਸਨਹੀਨ ਸੀ। ਹੀ ਯੂਜ਼ ਟੂ ਚੈਟ ਆਲ ਨਾਈਟ ਵਿਦ ਫਰੈਂਡਸ ਐਂਡ ਸਲੀਪ ਐਟ 6 AM, ਉਹ ਸਾਰੀ ਰਾਤ ਫਰੈਂਡਸ ਨਾਲ ਚੈਟ ਕਰਦਾ, ਸਵੇਰੇ 6 ਵਜੇ ਸੌਂਦਾ। ਦੈਟਸ ਵਾਈ ਹੀ ਕੁਡ ਨਾਟ ਗੈਟ ਅਪ ਫॉर 9 AM ਕਲਾਸ, ਇਸ ਲਈ 9 ਵਜੇ ਵਾਲੀ ਕਲਾਸ ਲਈ ਉੱਠ ਨਹੀਂ ਸਕਦਾ ਸੀ। ਬਟ ਹੀ ਯੂਜ਼ ਟੂ ਗੈਟ ਫਸਟ ਕਲਾਸ ਮਾਰਕਸ ਵਿਦ ਗੈਸ ਵਰਕ, ਲੇਕਿਨ ਉਹ ਤੁੱਕਾ ਮਾਰ ਕੇ ਫਸਟ ਕਲਾਸ ਨੰਬਰ ਲੈ ਲੈਂਦਾ ਸੀ। ਹੀ ਯੂਜ਼ ਟੂ ਕ੍ਰੈਮ ਓਨਲੀ ਇੰਪੋਰਟੈਂਟ ਕੁਐਸਚਨਸ ਲੀਵਿੰਗ ਡੀਟੇਲਸ ਆਫ ਦ ਟੋਪਿਕ, ਉਹ ਸਿਰਫ ਮਹੱਤਵਪੂਰਨ ਪ੍ਰਸ਼ਨ ਹੀ ਪੜ੍ਹਦਾ ਸੀ, ਕੋਈ ਡਿਟੇਲ ਨਹੀਂ ਸੀ ਪੜ੍ਹਦਾ ਟੌਪਿਕ ਦੀ। ਕੌਨਸੀਕੁਐਂਟਲੀ ਹੀ ਫੇਲਡ ਇਨ ਲਾਈਫ ਡਿਊ ਟੂ ਲੈਕ ਆਫ ਇਨ ਡੈਪਥ ਨੌਲੇਜ, ਇਸ ਲਈ ਨਤੀਜੇ ਵਜੋਂ ਜ਼ਿੰਦਗੀ 'ਚ ਫੇਲ ਹੋ ਗਿਆ ਕਿਉਂਕਿ ਉਸਨੂੰ ਆਪਣੇ ਵਿਸ਼ੇ ਦਾ ਡੂੰਘਾ ਗਿਆਨ ਨਹੀਂ ਸੀ। ਆਲ ਦਿਸ ਡੈਮੇਜਡ ਹਿਜ਼ ਕਰੀਅਰ ਐਂਡ ਹੈਲਥ, ਇਸ ਨਾਲ ਉਸਦਾ ਕਰੀਅਰ ਵੀ ਖਰਾਬ ਹੋਇਆ, ਉਸਦੀ ਸਿਹਤ ਵੀ ਖਰਾਬ ਹੋਈ। ਸੁਧਾ ਮੂਰਤੀ ਇੰਸਪਾਇਰਡ ਹਿਮ ਟੂ ਸਟਾਰਟ ਅ ਫਰੈਸ਼ ਐਂਡ ਮੈਂਡ ਹਿਜ਼ ਓਲਡ ਬੈਡ ਹੈਬਿਟਸ, ਸੁਧਾ ਮੂਰਤੀ ਨੇ ਕਿਹਾ ਦੁਬਾਰਾ ਸ਼ੁਰੂਆਤ ਕਰੋ ਅਤੇ ਆਪਣੀਆਂ ਆਦਤਾਂ ਬਦਲ ਲਓ। ਹੀ ਫੈਲਟ ਹੋਪਫੁਲ ਐਟ ਦ ਐਂਡ ਆਫ ਦ ਚੈਪਟਰ, ਚੈਪਟਰ ਦੇ ਐਂਡ ਦੇ ਵਿੱਚ ਉਹ ਕਾਫੀ ਆਸ਼ਾਵਾਦੀ ਮਹਿਸੂਸ ਕਰਦਾ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਇਜ਼ ਵਟ ਇਜ਼ ਦ ਥੀਮ ਆਫ ਦ ਚੈਪਟਰ, ਹਸਨਸ ਅਟੈਂਡੈਂਸ ਪ੍ਰੋਬਲਮ, ਵੈਰੀ ਇੰਪੋਰਟੈਂਟ। ਹਸਨਸ ਅਟੈਂਡੈਂਸ ਪ੍ਰੋਬਲਮ, ਤੁਹਾਨੂੰ ਸਭ ਨੂੰ ਹੁਣ ਥੀਮ ਸਮਝ ਆ ਹੀ ਗਿਆ ਹੋਣਾ, ਮੈਸੇਜ ਵੀ ਸਮਝ ਆ ਗਿਆ ਹੋਣਾ ਕਿ ਦਿਸ ਚੈਪਟਰ ਟਾਕਸ ਆਲ ਅਬਾਊਟ ਹਾਰਡ ਵਰਕ ਇਨ ਲਾਈਫ, ਦੇਰ ਸ਼ੁੱਡ ਬੀ ਨੋ ਸ਼ਾਰਟਕਟਸ ਫॉर सक्सेस। This chapter describes the consequences of not taking things seriously। ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਕੀ ਨਤੀਜਾ ਹੁੰਦਾ ਜਦੋਂ ਅਸੀਂ ਆਪਣੇ ਕੰਮ ਨੂੰ, ਆਪਣੀ ਪੜ੍ਹਾਈ ਨੂੰ ਸੀਰੀਅਸਲੀ ਨਹੀਂ ਲੈਂਦੇ। ਐਂਡ ਨਾਟ ਵਰਕਿੰਗ ਫॉर द sake of knowledge, ਜਦੋਂ ਅਸੀਂ ਗਿਆਨ ਲਈ ਨਹੀਂ ਪੜ੍ਹਦੇ। ਓਨਲੀ ਵਰਕਿੰਗ ਫॉर ਮਾਰਕਸ ਔਰ ਮਨੀ ਵਿਲ ਲੀਡ ਵਨ ਨੋਵੇਅਰ, ਅਗਰ ਕੋਈ ਸਿਰਫ ਇਸ ਲਈ ਪੜ੍ਹਦਾ ਹੈ ਜਾਂ ਕੰਮ ਕਰਦਾ ਹੈ ਕਿ ਉਸਨੂੰ ਨੰਬਰ ਜਾਂ ਪੈਸਾ ਮਿਲੇਗਾ ਤਾਂ ਉਹ ਕਿਤੇ ਨਹੀਂ ਪਹੁੰਚੇਗਾ। She explains it with real example of her student Hassan, who used to bunk a lot of her class। ਤਾਂ ਇਹਨੂੰ ਐਕਸਪਲੇਨ ਕਰਨ ਲਈ ਸੁਧਾ ਮੂਰਤੀ ਆਪਣੇ ਇੱਕ ਸਟੂਡੈਂਟ ਬਾਰੇ ਦੱਸਦੀ ਹੈ ਜੋ ਉਸ ਦੀਆਂ ਕਲਾਸਾਂ ਬੰਕ ਕਰਦਾ ਸੀ, ਛੱਡ ਦਿੰਦਾ ਸੀ। ਬੰਕ ਕਰਨਾ ਮਤਲਬ ਛੱਡ ਦੇਣਾ, ਅਟੈਂਡ ਨਾ ਕਰਨਾ। He used to
cram only important questions, leaving details of the topic। ਉਹ ਸਿਰਫ ਮਹੱਤਵਪੂਰਨ ਪ੍ਰਸ਼ਨ ਪੜ੍ਹਦਾ, ਟੌਪਿਕ ਦੀ ਡਿਟੇਲ ਨਹੀਂ ਸੀ ਪੜ੍ਹਦਾ। ਕੌਨਸੀਕੁਐਂਟਲੀ ਹੀ ਫੇਲਡ ਇਨ ਲਾਈਫ, ਨਤੀਜੇ ਵਜੋਂ ਜ਼ਿੰਦਗੀ 'ਚ ਫੇਲ ਹੋ ਗਿਆ ਡਿਊ ਟੂ ਲੈਕ ਆਫ ਇਨ ਡੈਪਥ ਨੌਲੇਜ, ਕਿਉਂਕਿ ਉਸਨੂੰ ਡੂੰਘਾ ਗਿਆਨ ਨਹੀਂ ਸੀ। ਆਲ ਦਿਸ ਡੈਮੇਜਡ ਹਿਸ ਕਰੀਅਰ ਐਂਡ ਹੈਲਥ, ਇਸ ਨਾਲ ਉਸਦੀ ਹੈਲਥ ਵੀ ਖਰਾਬ ਹੋਈ, ਉਸਦਾ ਕਰੀਅਰ ਵੀ ਖਰਾਬ ਹੋਇਆ। ਸੁਧਾ ਮੂਰਤੀ ਐਡਵਾਈਜ਼ਜ਼ ਆਲ ਦ ਯੰਗਸਟਰਸ ਟੂ ਵਰਕ ਹਾਰਡ ਐਂਡ ਹੈਵ ਓਥੈਂਟਿਕ ਨੌਲੇਜ। ਸੋ ਸੁਧਾ ਮੂਰਤੀ ਕੀ ਕਹਿੰਦੇ ਨੇ ਸਾਰੇ ਨੌਜਵਾਨਾਂ ਨੂੰ ਕਿ ਉਹ ਮਿਹਨਤ ਕਰਨ ਅਤੇ ਉਹਨਾਂ ਦੀ ਨੌਲੇਜ ਹੈ ਜਿਹੜੀ ਉਹ ਸੱਚੀ ਨੌਲੇਜ, ਸੁੱਚੀ ਨੌਲੇਜ ਹੋਣੀ ਚਾਹੀਦੀ ਹੈ, ਪੜ੍ਹ ਲਿਖ ਕੇ ਮਿਲਦੀ ਹੈ ਜਿਹੜੀ। ਨੌਲੇਜ ਇਜ਼ ਮੋਰ ਇੰਪੋਰਟੈਂਟ ਦੈਨ ਮਾਰਕਸ, ਨੰਬਰਾਂ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਗਿਆਨ। ਦੇਰ ਇਜ਼ ਨੋ ਸ਼ਾਰਟ ਰੂਟ ਫॉर ਸਕਸੈਸ, ਸਾਡੀ ਸਕਸੈਸ ਲਈ ਕੋਈ ਵੀ ਛੋਟਾ ਰਸਤਾ ਨਹੀਂ ਹੁੰਦਾ। ਸੋ ਨੈਕਸਟ ਤੁਹਾਡੀ ਬੁੱਕ ਦੇ ਵਿੱਚ ਜੋ ਵਰਡਸ ਦਿੱਤੇ ਹੋਏ ਨੇ, ਵਨ ਹੂ ਇਜ਼ ਲੈਥਾਰਜਿਕ ਉਹ ਹੁੰਦਾ ਲੇਜ਼ੀ, ਸੁਸਤ। ਵਨ ਹੂ ਇਜ਼ ਬੋਰਨ ਵਿਦ ਅ ਸਿਲਵਰ ਸਪੂਨ ਇਨ ਹਿਜ਼ ਮਾਊਥ, ਮੂੰਹ 'ਚ ਚਾਂਦੀ ਦਾ ਚਮਚ ਲੈ ਕੇ ਪੈਦਾ ਹੋਣਾ ਮੀਨਸ ਐਫਲੂਐਂਟ, ਮੀਨਸ ਅਮੀਰ। ਵਨ ਹੂ ਇਜ਼ ਪ੍ਰਾਊਡ ਐਂਡ ਹੌਟੀ, ਜੋ ਬਹੁਤ ਹੀ ਘਮੰਡੀ ਹੋਵੇ, ਜ਼ਿੱਦੀ ਹੋਵੇ, ਐਰੋਗੈਂਟ, ਅੱਕੜ ਕਰਨਾ। ਵਨ ਹੂ ਇਜ਼ ਵੈਲ ਨੋਨ, ਫੇਮਸ ਯਾਨੀ ਕਿ ਮਸ਼ਹੂਰ। ਵਨ ਹੂ ਇਜ਼ ਰਨ ਆਫ ਦ ਮਿਲ ਟਾਈਪ, ਐਵਰੇਜ, ਆਰਡੀਨਰੀ ਯਾਨੀ ਕਿ ਆਮ ਜਿਹਾ। ਵਨ ਹੂ ਇਜ਼ ਸੈਂਸੀਬਲ ਐਂਡ ਰਿਸਟ੍ਰੇਨਡ, ਜੋ ਬਹੁਤ ਹੀ ਸਮਝਦਾਰ ਹੋਵੇ ਅਤੇ ਜਿਹਦਾ ਆਪਣੇ ਆਪ 'ਤੇ ਕਾਬੂ ਹੋਵੇ, ਮੋਡਰੇਟ। ਵਨ ਹੂ ਇਜ਼ ਬੋਰ, ਜੋ ਬੋਰਿੰਗ ਹੋਵੇ ਉਹ ਹੁੰਦਾ ਨਰਡ। ਨਾਓ ਮਾਈ ਡੀਅਰ ਸਟੂਡੈਂਟਸ, I have given you the hints and you are to draw the character sketch of Sudha Murthy at your own। Sudha Murthy ਜੀ ਦਾ character sketch ਤੁਸੀਂ ਖੁਦ ਬਣਾਉਣਾ ਹੈ। ਤੁਹਾਡੇ ਲਈ hints ਕੀ ਨੇ? ਨੰਬਰ 1 ਕੰਪੈਸ਼ਨੇਟ, ਕੰਪੈਸ਼ਨੇਟ ਦੀ ਐਮ ਮਿਸਿੰਗ ਹੈ, ਲਿਖ ਲਿਓ। ਕੰਪੈਸ਼ਨੇਟ ਦਾ ਮਤਲਬ ਹੁੰਦਾ ਸਭ ਨੂੰ ਪਿਆਰ ਕਰਨ ਵਾਲੇ। ਨੰਬਰ 2 ਗੁੱਡ ਟੀਚਰ, ਬਹੁਤ ਅੱਛੇ ਅਧਿਆਪਕਾ। ਨੰਬਰ 3 ਪੇਡ ਇੰਡੀਵਿਜੂਅਲ ਅਟੈਂਸ਼ਨ ਟੂ ਸਟੂਡੈਂਟਸ, ਆਪਣੇ ਇੱਕ ਇੱਕ ਵਿਦਿਆਰਥੀ ਦੇ ਉੱਤੇ ਧਿਆਨ ਦਿੰਦੇ ਸੀ। ਨੰਬਰ 4 ਕਾਇੰਡ, ਦਿਆਲੂ। ਨੰਬਰ 5 ਐਨ ਐਨਕਰੇਜਿੰਗ ਟੀਚਰ, ਤੁਹਾਨੂੰ ਪਤਾ ਹੀ ਹੈ ਕਿ ਉਹ ਕਿੰਨੇ ਐਨਕਰੇਜਿੰਗ ਟੀਚਰ ਸੀ, ਹਸਨ ਨੂੰ ਵੀ ਉਹ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਨੇ। ਨੰਬਰ 6 ਫੌਂਡ ਆਫ ਅ ਸਟੂਡੈਂਟਸ, ਆਪਣੇ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਸੋ ਆਈ ਹੋਪ ਯੂ ਹੈਵ ਅੰਡਰਸਟੂਡ ਦ ਐਂਟਾਇਰ ਚੈਪਟਰ। The link of part 1 and part 2 is given in the description box. You can also check out those videos if you want to know everything about the chapter. And this third video is all about the question answers. I hope you enjoyed. Thank you. Subscribe the channel. Have a very nice day.